ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਅਸੀਂ ਮੁੜ ਤੋਂ ਤੁਹਾਡੀ ਸਾਂਝ ਪਾਵਾਂਗੇ ਡਾਕਟਰ ਹਰਬੰਸ ਸਿੰਘ ਕੰਡੋਲਾ ਨਾਲ, ਜਿਹੜੇ ਕਿ ਗੁਰਬਾਣੀ ਇਸ ਜਗ ਮੇਂ ਚਾਨਣ ਦਾ ਕਨਸੈਪਟ ਜਿਹੜਾ ਹੈ ਉਸ ਨੂੰ ਲੈ ਕੇ ਜਿਹੜੇ ਵਹਿਮ ਭਰਮਾਂ 'ਚ ਅਸੀਂ ਫਸੇ ਪਏ ਹਾਂ ਤੇ ਕਿਸ ਤਰੀਕੇ ਨਾਲ ਅਸੀਂ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ 'ਤੇ ਆਪਣੇ ਧਰਮ ਨਾਲ ਜੋੜ ਸਕਦੇ ਹਾਂ, ਜੋ ਅਸਲ ਸਿਧਾਂਤ ਹੈ ਉਸ ਬਾਰੇ ਗੱਲਾਂ ਬਾਤਾਂ ਕਰ ਰਹੇ ਹਾਂ। ਅੱਜ ਆਓ ਇੱਕ ਵਿਸ਼ਾ ਜਿਸ ਦੇ ਬਾਰੇ ਆਮ ਤੌਰ 'ਤੇ ਚਰਚਾ ਚੱਲਦੀ ਹੈ ਕਿ ਜੀ ਜੋ ਕੁਝ ਅਸੀਂ ਕਰਮ ਕਰਦੇ ਹਾਂ ਉਸ ਦਾ ਸਾਨੂੰ ਫਲ ਜ਼ਰੂਰ ਮਿਲਦਾ ਹੈ, ਤੇ ਕਿਹਾ ਜਾਂਦਾ ਹੈ ਕਿ ਜੀ ਕਈ ਵਾਰੀ ਕਿ ਇਹ ਜਿਹੜਾ ਕਰਮ ਦਾ ਫਲ ਮਿਲਣਾ ਹੈ ਉਹ ਸਾਨੂੰ ਇसी ਜੀਵਨ ਵਿੱਚ ਮਿਲ ਜਾਏਗਾ ਜਾਂ ਫਿਰ ਮਰਨ ਤੋਂ ਬਾਅਦ ਮਿਲੇਗਾ। ਗੁਰਮਤਿ ਦਾ ਕੀ ਸਿਧਾਂਤ ਦੇ ਇਸ ਸੰਬੰਧ ਵਿੱਚ ਆਓ ਜਾਣਕਾਰੀ ਲੈਂਦੇ ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਜੀ ਤੋਂ। ਜੀ ਆਨੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਬੀਰ ਜੀ, ਪਿਛਲੇ 2 ਪ੍ਰੋਗਰਾਮਾਂ ਅੰਦਰ ਆਪਾਂ ਜੋ ਯੂਥ ਵੱਲੋਂ ਜਾਂ ਹੋਰ ਲੋਕ ਜਿਹੜੇ ਸੱਚ ਦੀ ਤਲਾਸ਼ ਨੇ ਕਰਦੇ ਨੇ, ਸੱਚ ਦੀ ਤਲਾਸ਼ ਵਿੱਚ ਹਨ, ਉਹਨਾਂ ਧਰਮ ਬਾਰੇ ਜੋ ਉਹਨਾਂ ਦੇ ਸਵਾਲ ਸ਼ੰਕੇ ਉੱਠਦੇ ਨੇ ਜੀ, ਗੁਰਮਤਿ ਦੇ ਮੁੱਢਲੇ ਸਿਧਾਂਤਾਂ ਦੇ ਆਧਾਰ 'ਤੇ ਆਪਾਂ ਉਹਨਾਂ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੁਰਬਾਣੀ ਇਸ ਜਗ ਮੇਂ ਚਾਨਣ ਦਾ ਅਸੀਂ ਇਸ ਰਾਹੀਂ ਉਸ ਦਾ ਮਕਸਦ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਨੇ ਕਿਹਾ, ਇੱਕ ਬਹੁਤ ਅਹਿਮ ਸਵਾਲ ਜਿਹੜਾ ਹੈਗਾ ਉਹ ਸਾਡੇ ਯੂਥ ਵੱਲੋਂ ਆਉਂਦਾ ਹੈਗਾ ਕਿ ਇਸ ਜਨਮ ਅੰਦਰ ਕੀਤੇ ਕਰਮਾਂ ਦਾ ਫਲ ਅਗਲੇ ਜਨਮ ਅੰਦਰ ਮਿਲੇਗਾ ਜਾਂ ਫਿਰ ਇਸੇ ਜਨਮ ਅੰਦਰ ਹੀ ਸਾਨੂੰ ਭੁਗਤਣਾ ਪੈਂਦਾ ਹੈ। ਜੀ, ਇਸ ਨੂੰ ਅਸੀਂ ਪ੍ਰੈਕਟੀਕਲ ਲੈਵਲ ਤੇ ਲਿਆ ਕੇ ਦੇਖਣਾ ਹੈਗਾ। ਮਨੁੱਖਤਾ ਅੰਦਰ ਇਹ ਪ੍ਰਚਾਰਿਆ ਗਿਆ ਕਿ ਮਾੜੇ ਕਰਮ ਕਰੇਗਾ ਤਾਂ ਉਸ ਦਾ ਫਲ ਤੈਨੂੰ ਅਗਲੇ ਜਨਮ ਅੰਦਰ ਬਿੱਲੀ, ਕੁੱਤਾ, ਗਧਾ ਜਾਂ ਹੋਰ ਤਰ੍ਹਾਂ ਦੀਆਂ ਜੂਨਾਂ ਦੇ ਵਿੱਚ ਤੈਨੂੰ ਭੁਗਤਣਾ ਪਵੇਗਾ। ਜੀ, ਚੰਗੇ ਕੰਮ ਕਰੇਗਾ ਤਾਂ ਤੂੰ ਬਈ ਕਿਸੇ ਬਿਜ਼ਨਸਮੈਨ ਦੇ, MP, ਮਿਨਿਸਟਰ, ਡਾਕਟਰ, ਕਿਸੇ ਅਮੀਰ ਦੇ ਘਰ ਜਨਮ ਤੈਨੂੰ ਮਿਲੇਗਾ। ਹੁਣ ਇਹ ਆਖਿਆ ਗਿਆ ਕਿ ਜੋ ਵਰਲਡਲੀ ਫੇਅਰਨੈਸ, ਅਨਫੇਅਰਨੈਸ ਇੱਥੇ ਹੋ ਰਹੀ ਹੈ, ਇਸ ਦਾ ਇਨਸਾਫ ਮਰਨ ਤੋਂ ਬਾਅਦ ਅਗਲੇ ਜਨਮ ਅੰਦਰ ਤੈਨੂੰ ਮਿਲੇਗਾ। ਜੀ, ਹਰਪ੍ਰੀਤ ਜੀ, ਐਕਸਟ੍ਰੀਮਲੀ ਇੰਪੋਰਟੈਂਟ ਪਾਰਟ ਇਹਦਾ ਇਸ ਕਨਸੈਪਟ ਦਾ ਬਾਰੇ 'ਚ ਹੁਣ ਇਹ ਹੈਗਾ ਕਿ ਜਦੋਂ ਐਸਾ ਮੰਨ ਲਿਆ ਗਿਆ ਕਿ ਇਨਸਾਫ ਅਗਲੇ ਜਨਮ ਅੰਦਰ ਮਿਲੇਗਾ, ਤਾਂ ਮਨ ਅੰਦਰ ਜੋ ਬੇਇਨਸਾਫੀ ਇਸ ਜਨਮ ਅੰਦਰ ਹੋ ਰਹੀ ਆ ਉਸ ਦਾ ਹੱਲ ਭਾਲਣ ਦਾ ਸਵਾਲ ਪੈਦਾ ਨਹੀਂ ਹੁੰਦਾ। ਠੀਕ, ਇੱਕ ਬੜਾ ਵੱਡਾ ਸਵਾਲ ਹੈ। ਰਾਈਟ, ਉਸ ਦਾ ਹੱਲ ਭਾਲਣ ਦਾ ਫਿਰ ਸਵਾਲ ਪੈਦਾ ਨਹੀਂ ਹੁੰਦਾ ਹੈ। ਜੀ, ਕਰਮਾਂ ਕਰਕੇ ਕੋਈ ਗਰੀਬ ਹੈ, ਅਸੀਂ ਉਸ ਦੀ ਮਦਦ ਕਿਉਂ ਕਰੀਏ? ਠੀਕ, ਜੋ ਗਰੀਬ ਹੈ, ਜੋ ਗਰੀਬ ਹੋ ਰਿਹਾ ਹੁੰਦਾ ਜਾਂਦਾ ਹੈ ਤੇ ਅਮੀਰ ਹੁੰਦਾ ਜਾਂਦਾ ਹੈ, ਇਹ ਪਿਛਲੇ ਕੀਤੇ ਕਰਮਾਂ ਦਾ ਹੀ ਤਾਂ ਚੱਕਰ ਹੈ। ਜੀ, ਹੁਣ ਮੈਂ ਇੱਕ ਦੋ ਆਪਣੇ ਪ੍ਰੈਕਟੀਕਲੀ ਆਪਣੇ ਅੱਜ ਦੀਆਂ ਗੱਲ ਸਾਂਝੀ ਕਰਦਾ ਜੀ, ਕਿ ਸਾਡੇ ਇਸੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਬੱਚੇ ਸਵੇਰੇ ਸਕੂਲ ਨੂੰ ਭੁੱਖੇ ਜਾਂਦੇ ਨੇ। ਠੀਕ, ਨੇਟਿਵ ਇੰਡੀਅਨ ਦੀ ਜੋ ਦੁਰਦਸ਼ਾ ਹੈ ਉਹ ਸਾਡੇ ਸਾਹਮਣੇ ਜਿਹੜੇ ਲੇਟੈਸਟ ਸਟੈਟਿਸਟਿਕਸ ਆਏ ਨੇ ਜੀ, 1 in 5 ਚਿਲਡਰਨ ਇਨ BC ਆਰ ਲਿਵਿੰਗ ਅੰਡਰ ਦ ਪਾਵਰਟੀ ਲਾਈਨ। ਇਹ ਉਹਨਾਂ ਦੀ ਪਿਛਲੇ ਜਨਮਾਂ ਦਾ ਭਾਗ ਫੋੜ ਰਹੇ ਨੇ, ਉਹ ਪਾ ਰਹੇ ਨੇ ਅੱਛੇ ਕਰਮਾਂ ਦਾ। ਬੰਗਲਾਦੇਸ਼ ਅੰਦਰ ਜੋ ਗਵਰਨਮੈਂਟ ਮੈਨੂਫੈਕਚਰਿੰਗ ਇੰਡਸਟਰੀ ਦੇ ਬੱਚਿਆਂ ਦੀ ਉੱਥੇ ਜੋ ਐਕਸਪਲੋਟੇਸ਼ਨ ਹੋਈ ਹੈ ਜੀ, ਉਹ ਉਹਨਾਂ ਦੇ ਪਿਛਲੇ ਜਨਮਾਂ ਦਾ ਫਲ ਪਾ ਰਹੇ ਨੇ ਜੀ। ਇਹ ਜੀਵਨ ਦੇ ਪਿਛਲੇ ਜਨਮਾਂ ਦਾ ਫਲ ਆਖ ਕੇ ਮੈਂ ਕਹਿੰਦਾ ਅਸੀਂ ਉਹਨਾਂ ਨਾਲ ਇੱਕ ਕੋਝਾ ਮੁਕਾਬਲਾ ਕਰ ਰਹੇ ਹੈਗੇ। ਠੀਕ, ਇਹ ਥਿਊਰੀ ਹੈ ਅਸੀਂ ਰੱਖੀ ਹੋਈ ਹੈ। ਹੁਣ ਦਿਸ ਕਨਸੈਪਟ somebody said is a joke with a human intelligence। ਜੀ, ਟਰੁੱਥ ਇਹ ਹੈਗੀ ਆ, ਸੱਚਾਈ ਇਹ ਹੈਗੀ ਆ ਹਰਪ੍ਰੀਤ ਜੀ, ਇੰਡੀਆ ਦੇ ਵਿੱਚ ਪੋਲੀਓ ਦੇ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਸੀ। ਹੁੰਦੀ ਸੀ ਜੀ। ਇਹ ਉਹਨਾਂ ਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਸੀ। ਪਰ ਜਦੋਂ ਮੈਡੀਕਲ ਸਾਇੰਸ ਨੇ ਇਲਾਜ ਲੱਭ ਲਿਆ, ਵੈਕਸੀਨ ਲੱਭ ਲਿਆ, ਉਹ ਪੋਲੀਓ ਖਤਮ ਹੋ ਗਿਆ। ਅੱਜ ਕੋਈ ਇਹੋ ਜਿਹੇ ਇੰਸਟੈਂਸਸ ਨਹੀਂ ਹੁੰਦੇ। ਸੋ ਮੈਡੀਕਲ ਸਾਇੰਸ ਰੱਬ ਜੀ ਤੋਂ ਵੱਡੀ ਹੋ ਗਈ, ਉਹਨੇ ਕਰਮ ਹੀ ਬਦਲ ਦਿੱਤੇ, ਕਿਉਂਕਿ ਪਹਿਲਾਂ ਹੀ ਇਹ ਗਲਤ ਸੀ, ਠੀਕ ਨਹੀਂ ਸੀਗਾ। ਕਿਸੇ ਅਣਹੋਣੀ ਖੇਡ ਮਨੁੱਖਤਾ ਨਾਲ ਖੇਡੀ ਜਾ ਰਹੀ ਹੈ। ਧਰਮ ਗ੍ਰੰਥ, ਮੈਂ ਇੱਕ ਹਰਪ੍ਰੀਤ ਜੀ ਧਰਮ ਗ੍ਰੰਥ ਪੜ੍ਹ ਰਿਹਾ ਸੀਗਾ ਕਿ ਜਦੋਂ ਕੋਈ ਮਰ ਜਾਂਦਾ ਹੈ, ਇਮੋਰਟਲ ਸੋਲ ਉਸ ਸਰੀਰ ਵਿੱਚੋਂ ਨਿਕਲ ਕੇ ਦੂਸਰੇ ਸਰੀਰ ਅੰਦਰ ਦਾਖਲ ਹੋ ਜਾਂਦੀ ਹੈ। ਇਹ ਉਹਦਾ ਕਨਸੈਪਟ ਹੈ ਜੀ। ਇਸ ਜਨਮ ਅੰਦਰ ਕੀਤੇ ਸੰਸਕਾਰ ਵੀ ਫਿਰ ਉਹਦੇ ਨਾਲ ਹੀ ਚਲੇ ਜਾਂਦੇ ਨੇ, ਜਿਸ ਨੂੰ ਅਸੀਂ ਟਰਾਂਸਮਾਈਗ੍ਰੇਸ਼ਨ ਆਖਦੇ ਹਾਂ ਜਾਂ ਆਵਾਗਮਨ ਆਖਦੇ ਹੈਗੇ ਹਾਂ। ਜੀ, ਇੱਕ ਪਾਸੇ ਤਾਂ ਹੁਣ ਯੂਥ ਹੈ ਸਾਡਾ, ਉਹ ਇੱਕ ਪਾਸੇ ਤਾਂ ਅਸੀਂ ਆਖਦੇ ਹਾਂ ਕਿ ਬੱਚੇ ਦਾ ਮਨ ਜਿਹੜਾ ਉਹ ਕੋਰੇ ਕਾਗਜ਼ ਵਰਗਾ ਹੁੰਦਾ, ਬੜਾ ਪਿਓਰ ਹੁੰਦਾ, ਬੜਾ ਕਲੀਨ ਹੁੰਦਾ।
ਪਿਛਲੇ ਜਨਮ ਦੇ ਸੰਸਕਾਰ ਫੇ ਉੱਥੇ ਕਿੱਥੇ ਚਲੇ ਜਾਂਦੇ ਨੇ ਇਹ ਗੱਲ ਕੋਈ ਨਾ ਤੇ ਲੌਜੀਕਲ ਆ ਜੀ ਨਾ ਹੀ ਕੋਈ ਸਾਇੰਟੀਫਿਕ ਆ। ਟਰਾਂਸਮਾਈਗ੍ਰੇਸ਼ਨ ਆਫ ਸੋਲ ਦਾ ਜਿਹੜਾ ਕਨਸੈਪਟ ਆ ਹਰਪ੍ਰੀਤ ਜੀ ਹਰ ਇੱਕ ਧਰਮ ਦਾ ਵੱਖਰਾ ਜੀ ਹਰ ਇੱਕ ਧਰਮ ਦਾ ਵੱਖਰਾ। ਹੁਣ ਇੱਕ ਤਾਂ ਇਹ ਆਖਦੇ ਨੇ, ਮੈਂ ਪੜ੍ਹਿਆ ਨਾ, ਇੱਕ ਤਾਂ ਇਹ ਆਖਦੇ ਨੇ ਕਿ ਲਾਈਫ ਆਫਟਰ ਡੈਥ ਟਰਾਂਸਮਾਈਗ੍ਰੇਸ਼ਨ ਜੇ ਅਸੀਂ ਮੰਨ ਲਈਏ ਜੀ ਤਾਂ ਮਨੁੱਖ ਇਸ ਜਨਮ ਅੰਦਰ ਭੈੜੇ ਕੰਮ ਕਰੇਗਾ ਕਿਉਂਕਿ ਇਹ ਸੋਚੇਗਾ ਕਿ ਮੈਂ ਅਗਲੇ ਜਨਮ ਦੇ ਵਿੱਚ ਸੁਧਾਰ ਲੂੰ। ਅੱਛਾ, ਇੱਕ ਆਖਦੇ ਨੇ ਜੇ ਨਾ ਮੰਨਿਆ ਤਾਂ ਮਨੁੱਖ ਭੈੜੇ ਕੰਮ ਕਰੇਗਾ, ਉਹ ਡਰੇਗਾ ਹੀ ਨਹੀਂ ਕਿ ਸਜ਼ਾਵਾਂ ਤਾਂ ਮਿਲਣੀਆਂ ਹੀ ਨਹੀਂ ਗੀਆਂ, ਅਗਲੇ ਜਨਮ ਵਿੱਚ ਸਜ਼ਾ ਤਾਂ ਮਿਲਣੀ ਨਹੀਂ ਗੀ। ਅੱਛਾ, ਕਿਉਂਕਿ ਮਨੁੱਖੀ ਸੋਚ ਹੈ, ਜਿੰਨੇ ਧਰਮ ਨੇ ਉਨੀਆਂ ਹੀ ਇਸ ਦੀਆਂ ਵਿਚਾਰਾਂ ਨੇ, ਉਨੇ ਹੀ ਵਿਸ਼ਵਾਸ ਨੇ ਜੀ। ਹੁਣ ਦੇਖੋ ਇਹਦੇ 'ਚ ਇੱਕ ਪੁਆਇੰਟ ਮੈਂ ਸੁਣ ਰਿਹਾ ਸੀ ਬੰਦੇ ਨੂੰ, ਕਿਸੇ ਨੂੰ ਕਹਿੰਦੇ ਜਿਹੜੇ ਟਰਾਂਸਮਾਈਗ੍ਰੇਸ਼ਨ ਆਵਾਗਮਨ ਦੇ ਮੰਨਦੇ ਨੇ ਨਾ ਆਪੀ ਜੀ, ਇਹ ਕਹਿੰਦੇ ਜੀ ਉਹ ਇੱਕ ਮਨੁੱਖ ਨੂੰ ਸਮਝਾਉਣ ਦਾ ਤਰੀਕਾ, ਆਪਾਂ ਪ੍ਰੈਕਟੀਕਲ ਲੈਵਲ ਤੇ ਗੱਲ ਕਰਦੇ ਹਾਂ ਵੀ ਇਹ ਇੱਕ ਮਨੁੱਖ ਨੂੰ ਸਮਝਾਉਣ ਦਾ ਤਰੀਕਾ। ਫਾਰ ਐਗਜ਼ਾਮਪਲ ਜੀ ਮੇਰੇ ਨਾਲ ਅੱਜ ਜੇ ਕਿਸੇ ਨੇ ਧੋਖਾ ਕੀਤਾ, ਬਹੁਤ ਬੁਰਾ ਕੀਤਾ, ਸਮਝ ਲਵੋ ਕਿ ਮੈਂ ਪਿਛਲੇ ਜਨਮ ਅੰਦਰ ਇਸ ਨਾਲ ਬਹੁਤ ਬੁਰਾ ਕੀਤਾ ਸੀ, ਧੋਖਾ ਕੀਤਾ ਸੀ। ਠੀਕ। ਅੱਛਾ, ਜਦੋਂ ਤੁਸੀਂ ਐਸਾ ਮੰਨ ਲਵੋਗੇ ਤੁਹਾਡੇ ਅੰਦਰ ਗੁੱਸਾ ਨਹੀਂ ਆਏਗਾ, ਨਫ਼ਰਤ ਨਹੀਂ ਆਏਗੀ, ਬਦਲੇ ਦੀ ਭਾਵਨਾ ਵੀ ਆਏਗੀ, ਤੁਸੀਂ ਐਕਸੈਪਟ ਕਰ ਲਓਗੇ ਕਿ ਮੈਂ ਵੀ ਤਾਂ ਇਹਦੇ ਨਾਲ ਕੀਤਾ ਹੀ ਸੀ, ਇਹਨੇ ਮੇਰੇ ਨਾਲ ਕਰ ਲਿਆ, ਬਰਾਬਰ ਗੱਲ ਹੋ ਗਈ ਹੈ ਨਾ, ਤੁਸੀਂ ਐਕਸੈਪਟ ਕਰ ਲਓਗੇ। ਹੁਣ ਇਹਦੇ 'ਚ ਜਿਹੜੀ ਬੜੀ ਜਦੋਂ ਅਸੀਂ ਦਿਮਾਗ ਤੇ ਜ਼ੋਰ ਲਾ ਕੇ ਸਮਝੀਏ ਕਿ ਇਹਦੇ 'ਚ ਜਿਹੜੀ ਵੱਡੀ ਮੁਸ਼ਕਲ ਇਹ ਆਉਂਦੀ ਹੈਗੀ ਆ ਕਿ ਜਿਸ ਨੇ ਅੱਜ ਮੇਰੇ ਨਾਲ ਧੋਖਾ ਕੀਤਾ ਅੱਜ, ਤੇ ਗਾਈ ਇਜ਼ ਅ ਕ੍ਰੁਕ ਹੈ, ਉਹ ਚੀਟਰ ਆ, ਗਰੀਡੀ ਆ, ਹੀਅਰ ਐਂਡ ਨਾਓ, ਇਹਦੇ 'ਚ ਪਿਛਲੇ ਜਨਮ ਦਾ ਕੀ ਲੈਣ ਦੇਣ ਆ, ਮੇਰੇ ਨਾਲ ਤੇ ਅੱਜ ਉਹ ਕਰ ਰਿਹਾ ਹੈਗਾ। ਅੱਛਾ, ਦੂਜੀ ਗੱਲ ਇਹਦੇ 'ਚ ਦੇਖੋ ਤੁਸੀਂ ਵੀ ਜੇ ਅੱਜ ਮੇਰੇ ਨਾਲ ਕਿਸੇ ਨੇ ਧੋਖਾ ਕੀਤਾ ਜੀ, ਤੁਸੀਂ ਹਰਪ੍ਰੀਤ ਜੀ ਭਾਣੇ ਅੰਦਰ ਜੀਣਾ ਸਿੱਖਿਆ ਹੋਇਆ ਜੀ, ਗੁਰੂ ਦੀ ਮਦਰਸੇ ਮਾਰਗ ਤੇ ਚੱਲਣਾ ਸਿੱਖਿਆ ਹੋਇਆ, ਹਰ ਅੰਦਰ ਰੱਬ ਵਸਦਾ ਸਿੱਖਿਆ ਹੋਇਆ, ਹੀਅਰ ਐਂਡ ਨਾਓ, ਤੇ ਤੁਸੀਂ ਤੇ ਨਫ਼ਰਤ ਕਰਨੀ ਨਹੀਂ, ਬਦਲੇ ਦੀ ਭਾਵਨਾ ਕਰਨੀ ਨਹੀਂ, ਤੇ ਉਹਦੇ 'ਚ ਉਸ ਨੂੰ ਬੁਰਾ ਭਲਾ ਕਹਿਣਾ ਹੀ ਨਹੀਂਗਾ, ਤੁਹਾਡੇ ਅੰਦਰ ਉਹਦੇ 'ਚ ਬਦਲੇ ਦੀ ਭਾਵਨਾ ਉੱਠਣੀ ਨਹੀਂ, ਹੀਅਰ ਐਂਡ ਨਾਓ। ਅੱਜ ਅਗਰ ਤੁਹਾਡੀ ਸੁਰਤ ਐਸੀ ਆ, ਤੁਸੀਂ ਤੇ ਇਹ ਕਰਨਾ ਹੀ ਨਹੀਂਗਾ, ਤੇ ਇਸ ਦੇ ਵਿੱਚ ਪਿਛਲੇ ਕਰਮਾਂ ਦਾ ਕੀ ਲੈਣ ਦੇਣ ਹੋ ਗਿਆ ਜੀ। ਤੇ ਗੱਲ ਕੀ ਮਨੁੱਖ ਨੂੰ ਫੀਅਰ ਗਿਲਟ ਕ੍ਰੀਏਟ ਕਰਕੇ ਵੀ ਤੈਨੂੰ ਅੱਗੇ ਆਹ ਸਜ਼ਾਵਾਂ ਮਿਲਣਗੀਆਂ, ਤੇ ਉਹ ਉਸ ਨੂੰ ਐਕਸਪਲੋਇਟ ਕਰਨ ਦਾ ਸਾਜ਼ ਸੀ। ਜਿੱਥੋਂ ਤੱਕ ਜੇ ਤਾਂ ਸਮਝਾਉਣ ਤੱਕ ਹੀ ਗੱਲ ਰਹਿੰਦੀ ਤਾਂ ਠੀਕ ਸੀਗੀ, ਪਰ ਅਸੀਂ ਤਾਂ ਜੇ ਬੱਚਾ ਕੋਈ ਅਪਾਹਜ ਜਨਮਿਆ ਤੇ ਉਸ ਨੂੰ ਕਹਿ ਦਿੱਤਾ ਕਿ ਤੇਰੇ ਪਿਛਲੇ ਜਨਮਾਂ ਦਾ ਕਰਮ, ਇਹਦੇ ਨਾਲ ਬਹੁਤ ਹੋਰ ਸਮੱਸਿਆਵਾਂ ਜੁੜ ਗਈਆਂ। ਸੋ ਇਹ ਸੱਚਾਈ ਤਾਂ ਇਹ ਹੈ ਹਰਪ੍ਰੀਤ ਜੀ ਕਿ ਹਰ ਧਰਮ ਮੰਨਦਾ ਕਿ ਮਨੁੱਖ ਅੰਦਰ ਜਿਹੜੀ ਸੋਲ ਦੀ ਗੱਲ ਕਰਦੇ ਹਾਂ, ਚੇਤਨ ਸ਼ਕਤੀ, ਜੀਵਨ ਸ਼ਕਤੀ, ਜੋਤ, ਗੁਰਮਤ ਅੰਦਰ ਜਿਸ ਨੂੰ ਅਸੀਂ ਪ੍ਰਾਣ ਕਹਿੰਦੇ ਹੈਗੇ ਜੀ, ਬ੍ਰੈਥ ਆਫ ਲਾਈਫ ਕਹਿੰਦੇ ਆ, ਰੱਬੀ ਜੋਤ ਕਹਿੰਦੇ ਆ, ਸੋਲ ਆਤਮਾ ਕਹਿੰਦੇ ਹੈਗੇ ਨੇ, ਇਹ ਹਰ ਮਨੁੱਖ ਅੰਦਰ ਹੈ, ਹਰ ਧਰਮ ਮੰਨਦੇ ਆ। ਆਪਣੇ ਗੁਰਬਾਣੀ 'ਚ ਵੀ ਆਉਂਦਾ ਹੈ ਹਰਪ੍ਰੀਤ ਜੀ, ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜੀ। ਇਹ ਜੀਵਨ ਸ਼ਕਤੀ, ਰੱਬੀ ਜੋਤ, ਸੋਲ, ਇਹ ਦੱਸੋ ਹੁਣ ਬਈ ਇਹ ਬੱਚੇ ਦੇ ਅੰਦਰ ਕਿਵੇਂ, ਨਵੇਂ ਬੱਚੇ ਦੇ ਅੰਦਰ ਕਿਵੇਂ ਆ ਜਾਂਦੀ ਹੈ, ਕਦੋਂ ਆ ਜਾਂਦੀ ਹੈ, ਇਹ ਕੋਈ ਨਹੀਂ ਜਾਣਦਾ ਜੀ। ਕੋਈ ਕਹਿੰਦੇ ਜੀ ਇਹ 2 ਮਹੀਨੇ ਬਾਅਦ ਆ ਜਾਂਦੀ, ਕੋਈ ਕਹਿੰਦੇ ਕਨਸੈਪਸ਼ਨ ਵੇਲੇ ਆ ਜਾਂਦੀ, ਕੋਈ ਕਹਿੰਦੇ 4 ਮਹੀਨੇ ਬਾਅਦ ਆ ਜਾਂਦੀ ਹੈ, ਜਿਹੜੀ ਟਰਾਂਸਮਾਈਗ੍ਰੇਸ਼ਨ ਦਾ ਅਗਲੇ ਜਨਮ ਦੀ ਗੱਲ ਕਰਦੇ ਹੈਗੇ ਜੀ। ਔਰ ਮਰਨ ਤੋਂ ਬਾਅਦ ਇਹ ਜੀਵਨ ਸ਼ਕਤੀ ਜੋ ਸੋਲ ਜਿਹਨੂੰ ਕਹਿੰਦੇ ਆ ਕਿੱਥੇ ਚਲੀ ਜਾਂਦੀ ਆ, ਕੋਈ ਨਹੀਂ ਜਾਣਦਾ। ਕੋਈ ਸਾਇੰਟਿਸਟ ਲਾਈਫ ਕ੍ਰੀਏਟ ਨਹੀਂ ਕਰ ਸਕਿਆ ਇਹ ਦੱਸ ਸਕੇ ਕਿ ਇਹ ਜੀਵਨ ਜੋਤ ਕਿੱਥੋਂ ਆਉਂਦੀ ਆ, ਕਿੱਥੇ ਚਲੀ ਜਾਂਦੀ ਜੀ। ਹੁਣ ਦੇਖੋ ਗੁਰਮਤ ਦਾ ਫੈਸਲਾ ਜਿਹੜਾ ਹੈਗਾ ਉਹ ਇਸ ਬਾਰੇ 'ਚ ਬੜਾ ਕਲੀਅਰ ਹੈ ਜੀ। ਜਿਹੜੀ ਅਸੀਂ ਗੱਲ ਕਰਦੇ ਹਾਂ ਅਗਲੇ ਜਨਮ 'ਚ ਤੈਨੂੰ ਆਏਗਾ, ਗੁਰਮਤ ਕਹਿੰਦੇ ਤੈਨੂੰ ਐਸੇ ਜਨਮ 'ਚ ਹੀ ਸਭ ਕੁਝ ਭੋਗਣਾ ਪੈਂਦਾ। ਗੁਰਮਤ ਦਾ ਫੈਸਲਾ ਜਿਹੜਾ ਬੜਾ ਕਲੀਅਰ ਹੈ, ਕਹਿੰਦੇ ਨੇ ਇੱਕ ਦਬਜਾ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਏ। ਗੁਰੂ ਸਾਹਿਬ ਦਾ ਇਹ ਸ਼ਬਦ ਹੈ ਵੀ ਦੇਖੋ ਕੋਈ ਬਾਡੀ ਨੂੰ ਡਿਸਪੋਜ਼ ਕਰਨ ਦੇ ਵੱਖਰੇ ਵੱਖਰੇ ਸਾਧਨ ਨੇ, ਕੋਈ ਦਬਾ ਦਿੰਦਾ, ਕੋਈ ਸਾੜ ਦਿੰਦਾ, ਕੋਈ ਪਾਣੀ 'ਚ ਸੁੱਟ ਦਿੰਦਾ, ਜੇ ਕੋਈ ਕਿਵੇਂ ਕਰ ਲੈਂਦਾ ਹੈਗਾ। ਨਾਨਕ ਏਵਨ ਜਾਪੇ ਕਿੱਥੇ ਜਾਏ ਸਮਾਏ। ਉਹ ਕਹਿੰਦੇ ਇਹ ਜੋ ਸੋਲ ਹੈ, ਇਹ ਜੀਵਨ ਸ਼ਕਤੀ ਹੈ, ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ। ਮੈਨੂੰ ਨਹੀਂ ਪਤਾ ਮਰਨ ਤੋਂ ਬਾਅਦ ਕਿੱਥੇ ਚਲੀ ਜਾਂਦੀ ਹੈ, ਕਿੱਥੋਂ ਆਉਂਦੀ ਹੈ ਜੀ। ਮੈਂ ਇਸ ਸਬਜੈਕਟ ਨੂੰ, ਗੁਰੂ ਸਾਹਿਬ ਇੰਨੇ ਪ੍ਰੈਕਟੀਕਲ ਨੇ, ਉਹ ਕਹਿੰਦੇ ਵੀ ਮੈਂ ਕਿਸੇ ਨੂੰ ਪਤਾ ਹੀ ਨਹੀਂ ਹੈ, ਤੇ ਇਸ ਕਰਕੇ ਮੈਂ ਇਸ ਸਬਜੈਕਟ ਨੂੰ ਪਰਸੂ ਹੀ ਨਹੀਂ ਕਰਨਾ ਜੀ। ਵਿਵਾਦ 'ਚ ਪੈਣਾ ਹੀ ਨਹੀਂ। ਦਿਸ ਇਜ਼ ਦਾ ਲਾਈਫ ਵੀ ਹੈਵ ਹੀਅਰ ਐਂਡ ਨਾਓ। ਇਸੇ ਜੀਵਨ ਅੰਦਰ ਨੂੰ ਮੈਂ ਸਵਰਗ ਭਾਲਣਾ ਹੈਗਾ,
ਇਸੇ ਜੀਵਨ ਅੰਦਰ ਹੀ ਮੈਂ ਮੁਕਤੀ ਪਾਣੀ ਹੈਗੀ ਆ। ਜੀ। ਕਹਿੰਦੇ ਜਦੋਂ ਪਤਾ ਹੀ ਨਹੀਂ ਹੈਗਾ ਸੋ ਮੈਂ ਤਾਂ ਫਿਰ ਐਸੇ ਜੀਵਨ ਨੂੰ ਸੰਭਾਲਣ ਤੇ ਐਸੇ ਜੀਵਨ ਦੇ ਵਿੱਚ ਸਵਰਗ ਲੱਭਣ ਤੇ ਮੈਂ ਆਪਣਾ ਕੋਸ਼ਿਸ਼ ਕਰਨੀ ਹੈਗੀ ਆ। ਕਨਸੈਪਟ ਜੀਵਨ ਮੁਕਤੀ ਦਾ ਜਿਹੜਾ ਕਨਸੈਪਟ ਹੈ ਉਹ ਹੈ ਵੀ ਇੱਥੇ ਹੀ ਕਰਨਾ। ਅੱਗੇ ਆਪਣਾ ਸਬ ਟੌਪਿਕ ਵੀ ਅਗਲਾ ਇਹੀ ਹੈਗਾ। ਗੁਰੂ ਸਾਹਿਬ ਤਾਂ ਕਹਿੰਦੇ ਨੇ ਗੁਰਬਾਣੀ ਦਾ ਤਾਂ ਸਾਫ਼ ਹੈਗਾ ਵੀ ਆਪੇ ਬੀਜ ਆਪੇ ਹੀ ਖਾਓ ਜੀ, ਬਟ ਯੂ ਸੋ ਜੋ ਯੂ ਰੀਪ ਹੀਅਰ ਐਂਡ ਨਾਓ। ਇਹਦੇ 'ਚ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਹੁਤ ਹੀ ਪਿਆਰਾ ਇਸ ਪੱਖੋਂ ਹਰਪ੍ਰੀਤ ਜੀ ਜਿਹੜੀ ਨਾ ਬਹੁਤ ਹੀ ਪਿਆਰਾ ਸ਼ਬਦ ਹੈ ਜੀ। ਗੁਰੂ ਸਾਹਿਬ ਕਹਿੰਦੇ ਨੇ ਆ ਕਰ ਕਰੇ ਸੋ ਆ ਕਰ ਪਾਏ। ਠੀਕ। ਆ ਕਰ ਕਰੇ ਸੋ ਆ ਕਰ ਪਾਏ। ਉਹ ਸ਼ਬਦ ਦਾ ਜਿਹੜਾ ਭਾਵ ਹੈ ਉਹ ਕਹਿੰਦੇ ਕੋਈ ਕਹਿੰਦੇ ਜੀ ਸਤਯੁਗ ਚੰਗਾ ਸੀ, ਕੋਈ ਕਹਿੰਦੇ ਤ੍ਰੇਤਾ ਦੁਆਪਰ ਚੰਗਾ ਸੀ। ਗੁਰੂ ਸਾਹਿਬ ਕਹਿੰਦੇ ਨੇ ਮੈਂ ਤਾਂ ਕਹਿੰਦਾ ਕਲਯੁਗ ਵੀ ਬਹੁਤ ਵਧੀਆ। ਮੈਂ ਆਖਦਾ ਇੱਕ ਹੱਥ ਤੂੰ ਆਪਣੇ ਕੰਮ ਨਾਲ ਮਾੜਾ ਕੰਮ ਕਰ ਤੇ ਦੂਜੇ ਹੱਥ ਤੂੰ ਉਹਦਾ ਫਲ ਪਾ ਲਾ। ਹੀਅਰ ਐਂਡ ਨਾਓ ਕਨਸੀਕੁਐਂਸਸ ਯੂ ਫੇਸ ਹੀਅਰ ਐਂਡ ਨਾਓ ਰਾਈਟ ਅਵੇ। ਜੀ। ਹੁਣ ਦੇਖੋ ਇੱਕ ਹੋਰ ਬੜੀ ਹੀ ਇੰਪੋਰਟੈਂਟ ਗੱਲ ਜਿਵੇਂ ਆਪ ਜੀ ਨੇ ਪਹਿਲਾਂ ਛੇੜੀ ਸੀ ਜੀ, ਜੋ ਆਵਾਗਮਨ ਟਰਾਂਸ ਮਾਈਗ੍ਰੇਸ਼ਨ ਦੇ ਐਸ ਦੇ ਕਰਮਾਂ ਦੀ ਥਿਊਰੀ ਵਗੈਰਾ ਨੂੰ ਮੰਗਦੇ ਨੇ ਉਹ ਦੇਖੋ ਜੀ ਉਹ ਇੱਕ ਬੜੀ ਤਰਕ ਕਰਦੇ ਨੇ। ਦੇਖੋ ਜੀ ਇੱਕ ਜਨਮ ਦਾ ਹੀ ਬੱਚਾ ਬਲਾਈਂਡ ਆ, ਅਪਾਹਜ ਆ, ਤਾਂ ਉਸ ਨੂੰ ਕਾਹਦੀ ਸਜ਼ਾ ਮਿਲੀ ਆ? ਪਿਛਲੇ ਜਨਮ ਦੇ ਕੀਤੇ ਕਰਮਾਂ ਦਾ ਹੀ ਉਸ ਨੂੰ ਫਲ ਮਿਲਿਆ ਜੀ। ਕੋਈ ਇਲਾਜ ਲੱਭਣ ਦਾ ਕੀ ਲੋੜ ਆ? ਕਿਉਂਕਿ ਤੇ ਇਹਦਾ ਫਿਰ ਉਹ ਪਿਛਲੇ ਜਨਮਾਂ ਦਾ ਉਹ ਤਾਂ ਮਿਲਣਾ ਹੀ ਮਿਲਣਾ ਹੈਗਾ। ਹੁਣ ਦੇਖੋ ਫੈਕਟ ਸੱਚਾਈ ਇਹ ਆ ਹਰਪ੍ਰੀਤ ਜੀ, ਜਿੱਥੇ ਹੱਦ ਦਾ এনवायरमेंटल ਪੋਲੂਸ਼ਨ ਹੋਵੇ ਜੀ ਤੇ ਬਰਥ ਡਿਫੈਕਟ ਤੇ ਉੱਥੇ ਹੋਣੇ ਨਾਰਮਲ ਕੁਦਰਤੀ ਨੇ। ਹੱਦ ਦਾ ਪੋਲੂਸ਼ਨ ਹੈਗਾ ਉੱਥੇ ਬਰਥ ਡਿਫੈਕਟ ਤਾਂ ਹੋਣਗੇ। ਉੱਥੇ ਕਈ ਵਾਰੀ ਹੁੰਦਾ ਵੀ ਜੈਨੇਟਿਕ ਪ੍ਰੋਗਰਾਮ ਵੀ ਹੁੰਦਾ ਹੈਗਾ। ਬਿਲਕੁਲ ਜੀ। ਭੋਪਾਲ ਦੇ ਵਿੱਚ ਜਿਹੜੀ ਟ੍ਰੈਜਡੀ ਹੋਈ ਚਰਨੋਬਿਲ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਉੱਥੇ ਕਈ ਅੱਜ ਵੀ 1984 ਦੇ ਵਿੱਚ ਭੋਪਾਲ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਤੇ ਅੱਜ ਵੀ ਕਿਹਾ ਜਾ ਰਿਹਾ ਕਿ ਜਿਹੜੇ ਬੱਚਿਆਂ ਦਾ ਉੱਥੇ ਜਨਮ ਹੋ ਰਿਹਾ ਹੈ ਉਹ ਜੈਨੇਟਿਕਲੀ ਉਹ ਮੋਡੀਫਾਈਡ ਹੋ ਰਹੇ ਨੇ ਕਿ ਉਹ ਡਿਫੈਕਟਿਵ ਬਰਥ ਹੋ ਰਹੇ ਨੇ। ਇਹਦੇ ਬਾਰੇ ਹੋਰ ਗੱਲਬਾਤ ਕਰਦੇ ਹਾਂ ਜੀ ਜਿਹੜਾ ਤੁਸੀਂ ਕਨਸੈਪਟ ਲਿਆ ਗਿਆ ਇਸ ਬ੍ਰੇਕ ਤੋਂ ਬਾਅਦ ਜੀ। ਗੁਰਬਾਣੀ ਇਸ ਜਗ ਮੇ ਚਾਨਣ ਸੀਰੀਜ਼ ਵਿੱਚ ਆਓ ਮੁੜ ਤੋਂ ਤੁਹਾਨੂੰ ਸ਼ਾਮਿਲ ਕਰਦੇ ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਨਾਲ। ਜੀ ਡਾਕਟਰ ਸਾਹਿਬ, ਸੋ ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਆਪਾਂ ਗੱਲ ਕਰ ਰਹੇ ਸੀ ਆਪਾਂ ਜਿੰਨੇ ਵੀ ਆਹ ਪਿਛਲੇ ਐਪੀਸੋਡ ਕੀਤੇ ਹਰਬੀਰ ਜੀ, ਕੋਸ਼ਿਸ਼ ਇਹ ਹੈਗੀ ਆ ਕਿ ਅਸੀਂ ਇਹ ਵਹਿਮਾਂ ਭਰਮਾਂ ਤੋਂ ਨਰਕ ਸੁਰਗ ਆਵਾਗਮਨ ਵਗੈਰਾ ਵਗੈਰਾ ਦੇ ਵਹਿਮਾਂ ਭਰਮਾਂ ਤੋਂ ਉੱਪਰ ਬੈਠੇ ਰੱਬ ਦੇ ਨਿਕਲ ਕੇ ਸੱਚ ਨਾਲ ਜੁੜੀਏ। ਹੁਣ ਕੀ ਹੈ ਹਕੀਕਤ ਕੀ ਹੈ ਉਸ ਨਾਲ ਜੁੜ ਸਕੀਏ। ਅਸੀਂ ਹਕੀਕਤ ਕੀ ਹੈ ਜੋ ਅੱਜ ਹੈ ਇਸ ਦੇ ਨਾਲ ਦੇਖ। ਹੁਣ ਆਪਾਂ ਉਹ ਆਵਾਗਮਨ ਦੀ ਗੱਲ ਕਰ ਰਹੇ ਸੀਗੇ, ਇੱਕ ਬੜੀ ਇਹ ਤਰਕ ਵਾਲੀ ਗੱਲ ਕਰਦੇ ਕਿ ਜੰਮਦਾ ਬੱਚਾ ਅਪਾਹਜ ਹੈ ਤਾਂ ਉਹ ਤੇ ਪਿਛਲੇ ਜਨਮਾਂ ਦਾ ਹੀ ਕਰਮ ਹੈ। ਤੇ ਆਪ ਜੀ ਨੇ ਦੱਸਿਆ ਬਈ ਉਹ ਜਿਹੜੀ ਜਾਪਾਨ ਦੇ ਵਿੱਚ ਜੋ ਹੋਇਆ ਹੈਗਾ ਉਹ ਪਿਛਲੇ ਜਨਮਾਂ ਦਾ ਕਰਮ ਨਹੀਂ, ਇਹ ਐਟਮ ਬੰਬ ਦਾ ਨਤੀਜਾ ਹੈ। ਬਿਲਕੁਲ। ਅੱਛਾ, ਹੁਣ ਕੋਈ ਇੱਥੇ ਜਿੱਥੇ ਹੁਣ ਮੈਂ ਜਿਵੇਂ এনवायरमेंटल ਜਿਸ ਤਰ੍ਹਾਂ ਵੀ ਉਸ ਕਰਕੇ ਉਹਦਾ ਜੈਨੇਟਿਕ ਫੈਕਟਰ ਕਰਕੇ ਹੋ ਜਾਂਦਾ, ਜਾਂ ਕਈ ਵਾਰੀ ਮਾਂ ਜੇ ਕੋਈ ਡਰੱਗਸ ਨੇ, ਸਿਗਰਟਾਂ ਪੀਂਦੀ ਹੈ, ਸ਼ਰਾਬ ਕਰਦੀ ਹੈ, ਇਸੇ ਕਰਕੇ ਡਿਫੈਕਟ ਹੋ ਜਾਂਦਾ ਹੈਗਾ। ਕਈ ਵਾਰੀ ਡਾਕਟਰ ਦੱਸਦੇ ਨੇ ਜਿਹੜੇ ਹੈਗੇ ਨੇ ਬਰਥ ਸਮੇਂ ਵੀ ਕੋਈ ਕੰਪਲੀਕੇਸ਼ਨ ਹੋਣਾ। ਇਹਨਾਂ ਕਾਰਨਾਂ ਦਾ ਹੱਲ ਲੱਭੀਏ, ਬਰਥ ਡਿਫੈਕਟ ਬੰਦ ਹੋ ਜਾਣਗੇ ਜੀ। ਹੁਣ ਮੈਂ ਸਟੋਰੀ ਪੜ੍ਹ ਰਿਹਾ ਸੀ, ਉਹ ਇੰਡੀਆ ਦੀ ਹੈਗੀ ਆ ਹਰਪ੍ਰੀਤ ਜੀ। ਉੱਥੇ 5 ਸਾਲ ਦੀ ਉਮਰ ਤੋਂ ਪਹਿਲਾਂ ਹੀ ਬੱਚੇ ਬਹੁਤ ਸਾਰੇ ਮਰ ਜਾਂਦੇ ਸੀ। ਉਹਨਾਂ ਨੇ ਦੇਖਿਆ ਉੱਥੇ ਸੈਨੀਟੇਸ਼ਨ ਦੀ ਬਹੁਤ ਘਾਟ ਸੀ। ਸੈਨੀਟੇਸ਼ਨ ਨਹੀਂ ਸੀ। ਕਿਸੇ ਨੇ ਸੈਨੀਟੇਸ਼ਨ ਕੰਪੇਨ ਚਲਾ ਦਿੱਤੀ, ਉਹ ਸੋਲੂਸ਼ਨ ਦੇ ਦਿੱਤੇ ਵੀ ਤੁਸੀਂ ਹੱਥ ਧੋਣੇ, ਕੋਈ ਵੀ ਕੰਮ ਕਰਦੇ ਨਾ ਹੱਥ ਧੋਣੇ ਆ। ਉੱਥੇ ਡੈਥ ਰੇਟ ਸੀ ਜਿਹੜਾ ਨਾ ਬਹੁਤ ਸਾਰਾ ਘਟ ਗਿਆ। ਇਹ ਪਿਛਲੇ ਕਰਮਾਂ ਦਾ ਸੀ ਜਾਂ ਅਸੀਂ ਸੋਲੂਸ਼ਨ ਇੱਥੇ ਲੱਭਣਾ ਸੀ। ਇਹ ਤਾਂ ਇੱਕ ਮਨੁੱਖ ਨਾਲ ਬੜਾ ਮਖੌਲ ਕੀਤਾ ਗਿਆ ਹੈ। ਕੋਈ ਜੰਮਦਾ ਮਰ ਜਾਂਦਾ ਹੈ ਜੀ, ਕੋਈ 100 ਸਾਲ ਜਿਉਂਦਾ ਹੈਗਾ। ਇਹ ਤੇ ਕੁਦਰਤ ਦਾ ਨਿਯਮ ਹੈ। ਅਸੀਂ ਕਾਰਨ ਲੱਭਣ ਵੱਲ ਧਿਆਨ ਦਈਏ, ਇਲਾਜ ਵੱਲ ਧਿਆਨ ਦਈਏ। ਬਰਥ ਡਿਫੈਕਟ ਜਿਹੜੇ ਹਟ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਮੈਡੀਕਲ ਸਾਇੰਸ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਜਿਹੜੇ ਨੇ, ਜਿਵੇਂ ਪੋਲੀਓ ਦੀ ਗੱਲ ਕੀਤੀ ਸੀ, ਸੁਧਾਰ ਕਰ ਦਿੱਤੇ ਨੇ। ਗੁਰਮਤ ਇਸ ਨੂੰ ਬਿਲਕੁਲ ਹੀ ਰਿਜੈਕਟ ਕਰਦੀ ਆ। ਆਪਾਂ ਇਹਨਾਂ ਗੱਲਾਂ ਤੋਂ ਕਰਨ ਦਾ ਆਪਣਾ ਮਕਸਦ ਇਹੀ ਹੈਗਾ ਕਿ ਆਪਾਂ ਇਹਨਾਂ ਗੱਲਾਂ ਤੋਂ ਉੱਠ ਕੇ ਸੱਚ ਨਾਲ ਜੁੜ ਕੇ ਖੁਸ਼ੀਆਂ ਖੇੜਾ ਦਾ ਜੀਵਨ ਇੱਥੇ ਹੀ ਜੀਈਏ। ਹੁਣ ਆਪਣੇ ਜਿਹੜੇ ਜਿੰਨੇ ਵੀ ਕੀਤੇ ਨੇ ਆਪਾਂ 2-3 ਐਪੀਸੋਡਸ ਨੇ ਗੁਰਬਾਣੀ ਅੰਦਰ, ਜੋ ਅਸੀਂ ਇਹਦੇ ਜਿਹੜੇ ਗੁਰਬਾਣੀ ਨੂੰ ਆਧਾਰ ਬਣਾ ਕੇ ਜੋ ਮਨੁੱਖਾਂ ਅੰਦਰ ਰਿਲੀਜਨ ਨੇ ਜੋ ਵੱਖਰੇ ਵੱਖਰੇ ਭੁਲੇਖੇ ਪਾਏ ਸੀ, ਗਿਲਟ ਫੀਲ ਕ੍ਰੀਏਟ ਕਰਕੇ ਜਵਾਬ ਲੱਭਣ ਦੀ ਜੋ ਵਿਚਾਰ ਕੀਤੀ ਹੈ, ਗੁਰਮੁਖ ਦੇ ਮੁੱਢਲੇ ਸਿਧਾਂਤ ਨੂੰ ਆਪਾਂ ਕੀਤਾ ਹੈ, ਵਿਚਾਰ ਕੀਤੀ ਹੈ।
ਹਰਪ੍ਰੀਤ ਜੀ ਇਹਦਾ ਪਿਛਲੇ 3-4 ਐਪੀਸੋਡ ਦਾ ਜਿਹੜਾ ਸਮਰਾਈਜ਼ ਆਪਾਂ ਜੇ ਕਰੀਏ ਨਾ, ਕੀ ਨਿਕਲਦਾ ਉਹਦੇ ਵਿੱਚੋਂ, ਕੀ ਨਿਚੋੜ ਨਿਕਲਦਾ ਹੈਗਾ ਜੀ। ਜਦੋਂ ਅਸੀਂ ਡੀਪਲੀ ਵਿਚਾਰ ਕਰਦੇ ਹਾਂ ਨਾ ਹਰਪ੍ਰੀਤ ਜੀ, ਪਤਾ ਲੱਗਦਾ ਹੈ ਕਿ ਸਾਰੇ ਸਪਿਰਿਚੁਅਲ ਟੀਚਰਸ, ਪ੍ਰੋਫਿਟਸ, ਉਹਨਾਂ ਦਾ ਜਿਹੜਾ ਓਰੀਜਨਲ ਅਧਿਆਤਮਕ ਦਾ ਮੈਸੇਜ ਸੀ ਨਾ, ਉਹ ਬੜਾ ਸਿੰਪਲ, ਲੌਜੀਕਲ ਤੇ ਪ੍ਰੈਕਟੀਕਲ ਸੀ। ਸਿੰਪਲ ਸੀ, ਪਿਓਰ ਸੀ, ਲੌਜੀਕਲ ਸੀ, ਪ੍ਰੈਕਟੀਕਲ ਸੀ। ਔਰ ਉਸ ਦੇ ਵਿੱਚ ਕਿਤੇ ਵੀ ਜਿਹੜੇ ਆਪਾਂ ਡਿਸਕਸ ਕੀਤੇ ਰਿਚੁਅਲ, ਕਰਮਕਾਂਡ, ਸੁਪਰਸਟੀਸ਼ੀਅਸ ਬਲੀਵਸ, ਵਹਿਮ ਭਰਮ, ਬਰਥਰੈਸ, ਰਿਲੀਜੀਅਸ ਪੈਸੇ, ਹੈਲ, ਹੈਵਨ ਦੀ ਕੋਈ ਗੱਲ ਨਹੀਂ ਸੀ। ਜਿਸ ਤਰ੍ਹਾਂ ਆਪਾਂ ਗੁਰਮਤ ਦੇ ਵਿੱਚ ਦੇ ਆਧਾਰ ਤੇ ਗੱਲ ਕੀਤੀ ਹੈ, ਉਹ ਓਰੀਜਨਲ ਮੈਸੇਜ ਦੇ ਵਿੱਚ ਇਹੋ ਜਿਹੀਆਂ ਗੱਲਾਂ ਨਹੀਂ ਸਨ। ਰਾਈਟ। ਅੱਜ ਅਸੀਂ 3-4-5 ਸਾਲ ਪਿੱਛੇ ਜਾ ਕੇ ਵੇਖੀਏ, ਔਰ ਸਦੀਆਂ ਦੇ ਵਿੱਚ ਜਿਹੜਾ ਓਰੀਜਨਲ ਪਿਓਰ ਮੈਸੇਜ ਸੀ ਨਾ, ਅੱਜ ਜੋ ਸਾਡੇ ਸਾਹਮਣੇ ਦੁਖਾਂਤ ਇਹ ਹੈਗਾ, ਉਹ ਡਾਇਲੂਟ ਹੋ ਗਿਆ, ਕਿ ਉਹ ਡਿਸਟੋਰਟ ਕੀਤਾ ਗਿਆ ਹੈਗਾ, ਮਿਸ ਅੰਡਰਸਟੂਡ ਕੀਤਾ ਗਿਆ, ਮਿਸ ਇੰਟਰਪ੍ਰੈਟ ਕੀਤਾ ਗਿਆ ਜੀ, ਹੈ ਨਾ। ਉਸ ਦੇ ਵਿੱਚ ਅਸੀਂ ਦੇਖੋ ਬਹੁਤ ਸਾਰੇ ਪੈਗੰਬਰਸ ਨੇ ਆਪਣੀ ਰਿਟਨ ਟੈਕਸਟ ਨਹੀਂ ਛੱਡੇ ਜੀ। ਉਹ ਕੀ ਲਿਖਿਆ ਗਿਆ ਆਪਾਂ ਉਹਦੇ ਵਿੱਚ ਨਹੀਂ ਜਾਣਾ ਹੈਗਾ, ਬਸ ਮਿਸ ਇੰਟਰਪ੍ਰੀਟੇਸ਼ਨ ਦੀ ਮੈਂ ਇੱਕ ਐਗਜ਼ਾਮਪਲ ਜ਼ਰੂਰ ਦੇਣੀ ਚਾਹੂੰਗਾ। ਮੈਂ ਕ੍ਰਿਸਚੀਅਨ ਸਕਾਲਰ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਰੀਸੋਰੈਕਸ਼ਨ ਕੀ ਹੈ, ਅਸੀਂ ਕਿਵੇਂ ਉਹਨੂੰ ਮਿਸ ਇੰਟਰਪ੍ਰੈਟ ਕੀਤਾ ਗਿਆ ਹੈ। ਉਹ ਕਹਿੰਦਾ ਉਸ ਸਮੇਂ ਅਗਿਆਨਤਾ ਕਾਰਨ ਜੀ ਆਤਮਿਕ ਤੌਰ ਤੇ ਮਰ ਚੁੱਕੀ ਮਨੁੱਖਤਾ ਨੂੰ ਜੀਸਸ ਨੇ ਸੱਚ ਦੇ ਗਿਆਨ ਨਾਲ ਜਾਗਰਤ ਕੀਤਾ, ਜਿਉਂਦੇ ਕੀਤਾ। ਇਹ ਰੀਸੋਰੈਕਸ਼ਨ ਹੈ। ਰਾਈਟ। ਉਹਨਾਂ ਬਈ ਸਟੋਰੀ ਕੀ ਜੋੜੀ ਹੈ, ਬਈ ਰੀਸੋਰੈਕਸ਼ਨ ਆਹਾ ਹੈਗੀ ਆ, ਜਿਹਦਾ ਬੜਾ ਪ੍ਰੈਕਟੀਕਲ ਆ, ਪਿਓਰ ਆ। ਰਾਈਟ। ਤੇ ਵਾਟ ਵੀ ਹੈਵ ਟੁਡੇ, ਜਿਹੜਾ ਆਰਗੇਨਾਈਜ਼ਡ ਰਿਲੀਜਨ ਨੂੰ ਆਪਾਂ ਜਿਹਨੂੰ ਕਹਿੰਦੇ ਹੈਗੇ ਆ, ਤੇ ਉਹ ਸਾਡੇ ਸਾਹਮਣੇ ਜੋ ਹੈ ਉਹ ਸਟੋਰੀਆਂ ਜਿਹੜੀਆਂ ਅਸੀਂ ਡਿਸਕਸ ਕਰਦੇ ਹਾਂ, ਜਿਹਦੇ ਨਾਲ nothing to do with making us a good human being. Right. ਆਪਣੀ ਜੇ ਇੱਥੇ ਮੈਂ ਥੋੜਾ ਜਿਹਾ ਵੀ ਆਰਗੇਨਾਈਜ਼ਡ ਰਿਲੀਜਨ ਤੋਂ ਕੀ ਭਾਵ ਆ, ਆਪਾਂ ਬਹੁਤ ਵਾਰੀ ਗੱਲ ਕੀਤੀ ਹੈਗੀ ਆ, ਵੀ ਧਰਮ ਦੇ ਆਗੂਆਂ ਨੇ ਜੋ ਓਰੀਜਨਲ ਸੁੱਚਾ ਜੀਵਨ ਦਾ ਜਾਚ ਦਾ ਮੈਸੇਜ ਸੀ ਨਾ, ਹਾਊ ਟੂ ਬੀ ਏ ਗੁੱਡ ਹਿਊਮਨ ਬੀਇੰਗ, ਉਹ ਸੱਚ ਨੂੰ ਛੱਡ ਕੇ ਆ ਜਿਹੜੇ ਆਪਾਂ ਪਿਛਲੇ 3-4 ਐਪੀਸੋਡਸ ਦੇ ਵਿੱਚ ਡਿਸਕਸ ਕੀਤੇ, ਨਰਕ ਸੁਰਗ, ਰੱਬ ਉੱਤਰ ਬੈਠੇ ਆ, ਟਰਾਂਸਮਾਈਗ੍ਰੇਸ਼ਨ, ਕਾਸਟ ਸਿਸਟਮ, ਮਨੁੱਖ ਨਾਲ ਮਨੁੱਖ ਦਾ ਵੈਰ, ਸੱਚ ਤੋਂ ਦੂਰ ਛੱਡ ਕੇ ਇਹ ਕਰਮਕਾਂਡ ਜਿਹੜੇ ਅੱਜ ਪ੍ਰਚਾਰੇ ਜਾ ਰਹੇ ਨੇ, ਜਿਹਦੇ ਨਾਲ ਵੀ ਆਰ ਨਾਟ ਬਿਕਮਿੰਗ ਗੁੱਡ ਹਿਊਮਨ ਬੀਇੰਗ, ਇਸੇ ਨੂੰ ਤਾਂ ਮੈਂ ਜਿਹੜਾ ਆਰਗੇਨਾਈਜ਼ਡ ਰਿਲੀਜਨ ਆਖਦਾ ਹੈਗਾ, which does not have much to do with guiding us to be good human being and ਗੁਰਮੁਖ ਬਣੀਏ, and much to do with money, power and status। ਜੀ ਹੁਣ ਗੁਰਬਾਣੀ ਜਿਸ ਤਰ੍ਹਾਂ ਆਪਾਂ ਡਿਸਕਸ ਕੀਤਾ ਹੈਗਾ, ਬਈ ਗੁਰਬਾਣੀ is a very pure peace, universal truth, divine wisdom, divine spiritual guiding principles that guide us out of darkness of ignorance, spiritually enlighten ਕਰਦੇ ਨੇ। peace, bliss, happiness ਦਾ ਖਜ਼ਾਨਾ ਜੋ ਸਾਡੇ ਅੰਦਰ ਹੈ, ਉਹ ਅਸੀਂ ਇੱਥੋਂ ਹੀ ਲਾਉਂਦੇ। ਅਸਾਂ ਗੁਰਮਤ ਦੇ ਜੋ ਆਪਾਂ ਸਿਧਾਂਤਾਂ ਦੀ ਗੱਲ ਕੀਤੀ ਆ, ਅਗਰ ਅਸੀਂ ਉਹਨੂੰ ਸਮਝੀਏ, ਅਸੀਂ we can achieve that peace, we can enjoy that bliss, we can have that peaceful life। ਤੇ ਆਪ ਸਮਝੀਏ ਤੇ ਅਸੀਂ ਮਨੁੱਖਤਾ ਨੂੰ ਇਹ ਸਮਝਾਈਏ। ਤੇ ਇਹਦੇ ਨਾਲ ਜਿਹੜੇ ਗੁਰਮਤ ਦੇ ਮੁੱਢਲੇ ਸਿਧਾਂਤ ਨੇ, ਜਿਹੜੇ ਆਧਾਰਿਤ ਯੂਥ ਤੇ ਹੋਰਨਾਂ ਦੇ ਧਰਮ ਬਾਰੇ ਜੋ ਸਵਾਲ ਸੀ, ਸ਼ੰਕੇ ਸੀ, ਆਪਾਂ ਉਹਨਾਂ ਦੀ ਜਿਹੜੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਜੇ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ 2 ਮਿੰਟ ਦੇ ਵਿੱਚ ਸਮਰਾਈਜ਼ ਕਰ ਲਈਏ, ਅਸੀਂ ਕਿਸੇ, ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਗੱਲ ਕੀਤੀ ਹੈਗੀ ਆ, ਅਸੀਂ ਕਿਸੇ 7ਵੇਂ ਅਸਮਾਨ 'ਤੇ ਬੈਠੇ ਮਨੁੱਖਤਾ ਤੋਂ ਬਾਹਰ ਉਹਨਾਂ ਵਿੱਚ ਰੱਬ ਤੋਂ ਜੀਵਨ ਨਹੀਂ ਪਾਲਣਾ। ਸ਼ਬਦ ਰੂਪੀ, ਗੁਣਾ ਰੂਪੀ ਅੰਦਰ ਬੈਸੇ ਰੱਬ ਜੀ ਨਾਲ ਅਸੀਂ ਸਾਂਝ ਪਾਉਣੀ ਹੈ, ਰੱਬ ਨੂੰ ਮਨੁੱਖਤਾ ਵਿੱਚੋਂ ਹੀ ਵੇਖਣਾ। ਇਹ ਲੌਜੀਕਲ ਆ, ਬੜਾ ਪ੍ਰੈਕਟੀਕਲ ਹੈ। ਦੂਸਰੀ ਗੱਲ, ਆਪਣਾ ਮੂਲ ਪਛਾਣਨਾ ਹੀ ਦੀ ਗੱਲ ਕਰਨੀ ਹੈ, ਹੂ ਆਈ ਐਮ, ਅੰਦਰ ਬੈਠੇ ਰੱਬ ਨੂੰ ਪਾਲਣਾ। ਦੂਜੀ ਗੱਲ, ਅਸੀਂ ਕਿਸੇ ਐਂਗਰੀ, ਜੈਲਸ, ਸਜ਼ਾਵਾਂ ਦੇਣ ਵਾਲੇ ਰੱਬ ਦੀ ਪੂਜਾ ਨਹੀਂ ਕਰਨੀ। ਅਸੀਂ ਮਿਸ ਬੋਲੜੇ, ਮਨੁੱਖਤਾ ਦਾ ਭਲਾ ਮਨਾਉਣ ਵਾਲੇ, ਅਨਕੰਡੀਸ਼ਨਲ ਲਵ ਦੇਣ ਵਾਲੇ, ਓਸ਼ਨ ਆਫ ਪੀਸ, ਹੈਪੀਨੈਸ, ਯੂਨੀਵਰਸਲ ਟਰੂਥ ਨੂੰ ਧਿਆਉਣਾ ਹੈ, ਉਸ ਦੇ ਵਰਗੇ ਬਣਨਾ। ਅਸੀਂ ਫਿਰ ਉਸ ਦੇ ਵਰਗੇ ਬਣਨਾ। ਅੱਛਾ, ਅਸੀਂ ਕਿਸੇ ਮਨੁੱਖ ਦੇ ਨਰਕ ਸੁਰਗ ਭੈ ਤੋਂ ਉੱਪਰ ਉੱਠਣਾ,
ਗੁਰੂ ਦੇ ਦਸਾਏ ਮਾਰਗ ਤੇ ਚੱਲਦੇ ਹਾਂ ਅਸੀਂ ਇਸੇ ਜੀਵਨ ਅੰਦਰ ਹੀ ਸਵਰਗ ਨੂੰ ਭਾਲਣਾ। ਮਨੁੱਖ ਨਾਲ ਜੋ ਹੋ ਰਹੀ ਬੇਇਨਸਾਫੀ ਹੈ, ਅੱਗੇ ਗੱਲ ਕੀਤੀ ਹੈ, ਪਿਛਲੇ ਜਨਮ ਦੇ ਕੀਤੇ ਕੰਮਾਂ ਦੀ ਸਜ਼ਾ ਆਖ ਕੇ ਮਨੁੱਖ ਦੀ ਆਪਣੀ ਜੋ ਸੋਸ਼ਲ ਰਿਸਪੌਂਸਿਬਿਲਟੀ ਹੈ ਉਸ ਤੋਂ ਨਹੀਂ ਭੱਜਣਾ। ਇਨਸਾਫ ਲੈਣ ਦੀ ਗੱਲ, ਇਨਸਾਫ ਲੈਣ ਲਈ ਇੱਥੇ ਹੀ ਜੂਝਣਾ। ਕੋਈ ਨਰਕ, ਕੋਈ ਕਰਮਾਂ ਕਰਕੇ ਗਰੀਬ ਨਹੀਂ ਹੈ, ਮਨੁੱਖ ਦਾ ਦੀ ਲੁੱਟ ਖਸੁੱਟ ਕਰਕੇ ਗਰੀਬ ਹੈ। ਅਸੀਂ ਇਹਦਾ ਇਲਾਜ ਇਸੇ ਲੱਭਣਾ ਹੈਗਾ। ਕੋਈ ਬੱਚਾ ਜੇ ਅਪਾਹਜ ਹੈ ਨਾ, ਉਹ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਨਹੀਂ ਹੈ, ਉਹ ਅੱਜ ਦੇ, ਅਸੀਂ ਉਹਦਾ ਇਲਾਜ ਅੱਜ ਲੱਭਣਾ ਹੈਗਾ। ਇਹ ਜਿੰਨੀ ਵੀ ਗੱਲ ਹੈਗੀ ਆ, ਅਸੀਂ ਗੁਰਮਤ ਦੇ ਰਾਸਤੇ ਤੇ ਚੱਲ ਕੇ ਬੜਾ ਪ੍ਰੈਕਟੀਕਲ ਆ, ਬੜਾ ਲੌਜੀਕਲ ਆ, ਅਸੀਂ ਉਹਨਾਂ ਸਾਰੇ ਵਨ ਪੈਮਾ ਪਰਮਾ ਤੋਂ ਉੱਪਰ ਉੱਠ ਕੇ ਨਾ ਆਪਾਂ ਪੀਸਫੁਲ ਸ਼ਾਂਤੀ ਵਾਲਾ ਲਾਈਫ ਜਿਹੜੀ ਹੈਗੀ ਆ ਇੱਥੇ ਬਿਤਾ ਸਕਦੇ ਹਾਂ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਜੀ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਕਿ ਇਸ ਮਾਰਗ ਜੋ ਜੀਵਨ ਦਾ ਸਾਨੂੰ ਰਸਤਾ ਹੈਗਾ, ਇਸ ਦੇ ਉੱਤੇ ਅਸੀਂ ਸੱਚ ਨਾਲ ਜੁੜ ਕੇ ਕਿਵੇਂ ਸਚਿਆਰਾ ਹੋਣਾ ਹੈ, ਤੇ ਕਿਵੇਂ ਇਹ ਰੋਜ਼ਮਰਾ ਜ਼ਿੰਦਗੀ ਜੋ ਸਾਡੇ ਆਲੇ ਦੁਆਲੇ ਜੋ ਕੁਝ ਹੁੰਦਾ ਹੈ ਉਸ ਨੂੰ ਵੇਖ ਕੇ, ਉਸ ਦੇ ਉੱਤੇ ਤੁਰ ਕੇ ਕਿਸ ਤਰ੍ਹਾਂ ਅਸੀਂ ਸਹੀ ਹੋਣਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਕਨਸੈਪਟ ਨੂੰ ਲੈ ਕੇ ਆਏ। ਜਿਹੜਾ ਲਾਈਫ ਆਫਟਰ ਡੈਥ ਦਾ ਕਨਸੈਪਟ ਹੈਗਾ, ਬੜਾ ਇੱਕ ਵਾਸਟ ਕਨਸੈਪਟ ਹੈ ਜਿਸ ਬਾਰੇ ਤੁਸੀਂ ਥੋੜ੍ਹਾ ਜਿਹਾ ਟੱਚ ਕੀਤਾ ਗਿਆ, ਪਰ ਇਸ ਨੂੰ ਵੀ ਅਸੀਂ ਕਦੀ ਆਉਣ ਵਾਲੇ ਪ੍ਰੋਗਰਾਮ ਜ਼ਰੂਰ ਟੱਚ ਕਰਾਂਗੇ, ਕਿਉਂਕਿ ਇਸ ਬਾਰੇ ਵੀ ਜਿਸ ਤਰੀਕੇ ਦੇ ਭਰਮ ਲੋਕਾਂ ਦੇ ਮਨਾਂ ਵਿੱਚ ਪਾਏ ਗਏ ਜਾਂ ਜੋ ਹਨ, ਉਸ ਤੋਂ ਵੀ ਕਿਵੇਂ ਅਸੀਂ ਗੁਰਮਤਿ ਦਾ ਸਹਾਰਾ ਲੈ ਕੇ ਬਾਹਰ ਨਿਕਲ ਸਕਦੇ ਹਾਂ, ਗੱਲ ਕਰਾਂਗੇ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604 603 7555 ਜਾਂ ਫਿਰ ਈਮੇਲ ਰਾਹੀਂ harpreetsingh@gmail.com। ਜੇਕਰ ਤੁਹਾਡੇ ਕੋਲ ਵੀ ਕੋਈ ਸਵਾਲ ਹੋਏ, ਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ, ਪੇਰੈਂਟਸ ਨੂੰ, ਕਿ ਨੌਜਵਾਨਾਂ ਨੂੰ ਪੁੱਛ ਕੇ ਸਾਡੇ ਤੱਕ ਜ਼ਰੂਰ ਸਵਾਲ ਪਹੁੰਚਾਓ ਤਾਂ ਕਿ ਅਸੀਂ ਉਸ ਬਾਰੇ ਵੀ ਚਰਚਾ ਕਰ ਸਕੀਏ, ਕਿਉਂਕਿ ਮਕਸਦ ਇਹੀ ਹੈਗਾ ਕਿ ਜੋ ਆਲੇ ਦੁਆਲੇ ਜੋ ਸਾਡੇ ਹੋ ਰਿਹਾ ਹੈ ਉਸ ਤੋਂ ਅਸੀਂ ਜਾਣੂ ਹੋ ਕੇ ਸਾਡੇ ਮਨਾਂ 'ਚ ਜਿਹੜੀਆਂ ਸ਼ੰਕਾਵਾਂ ਨੇ, ਜਿਹੜੇ ਅਸੀਂ ਕਰਮ ਕਾਂਡਾਂ 'ਚ ਪੈ ਚੁੱਕੇ ਹਾਂ, ਉਹਨਾਂ ਕਰਕੇ ਸ਼ਾਇਦ ਉਸ ਤੋਂ ਬਾਹਰ ਨਿਕਲ ਸਕੀਏ ਤੇ ਗੁਰਮਤਿ ਦਾ ਸਹੀ ਸਿਧਾਂਤ ਜੋ ਹੈ ਉਸ ਨੂੰ ਅਪਣਾ ਸਕੀਏ। ਫੀਡਬੈਕ ਲਈ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ ਜੀ। ਤੇ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤੇ ਨਾਲ ਹੀ ਤੁਹਾਡੇ ਤੋਂ ਬੇਨਤੀ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਜਿੱਥੇ ਤੁਸੀਂ ਫੀਡਬੈਕ ਦਿੰਦੇ ਹੋ, ਨਾਲ ਹੀ ਜੇਕਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਸਕੋ ਜਾਂ ਕੋਈ ਬਿਜ਼ਨਸ ਚਲਾਉਂਦੇ ਹੋ ਤਾਂ ਐਡਵਰਟਾਈਜ਼ਮੈਂਟ ਪਾ ਸਕੋ, ਤਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ, ਤਾਂ ਕਿ ਇਸੇ ਨਿਰੰਤਰ ਤਰੀਕੇ ਨਾਲ ਅਸੀਂ ਜੋ ਪ੍ਰੋਗਰਾਮ ਨੂੰ ਹਰ ਰੋਜ਼ ਲੈ ਕੇ ਹਾਜ਼ਰ ਹੁੰਦੇ ਹਾਂ ਉਸ ਨੂੰ ਅਸੀਂ ਚਲਾਉਂਦੇ ਰਹਿ ਸਕੀਏ। ਧੰਨਵਾਦ ਆਪ ਸਭ ਦਾ।